ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ 'ਚ ਮੈਂ ਗੁਰਪ੍ਰੀਤ ਸੰਧਾਵਾਲੀਆ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। ਵੈਸੇ ਤਾਂ ਅਸੀਂ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਪਰ ਅੱਜ ਇੱਕ ਜਿਹੜੀ ਅਹਿਮ ਇਕੱਤਰਤਾ ਪੰਜ ਸਿੰਘ ਸਾਹਿਬਾਨਾਂ ਦੀ ਹੋਣੀ ਸੀ ਉਹ ਹੋਈ ਐਂਡ ਉਹਦੇ ਵਿੱਚ ਬਹੁਤ ਦੇਰ ਤੋਂ ਕਈ ਮਸਲੇ ਸੀਗੇ ਜਿਨ੍ਹਾਂ ਮਸਲਿਆਂ ਦੇ ਉੱਪਰ ਦੁਨੀਆ ਭਰ 'ਚ ਬੈਠੀ ਸਿੱਖ ਸੰਗਤ ਦੀ ਨਿਗਾਹ ਸੀ ਕਿ ਉਹਨਾਂ ਮਸਲਿਆਂ ਦੇ ਉੱਪਰ ਸਿੰਘ ਸਾਹਿਬ ਕੀ ਫੈਸਲੇ ਲੈਂਦੇ ਨੇ। ਸੋ ਫੈਸਲੇ ਸੁੱਚਾ ਸਿੰਘ ਲੰਗਾਹ ਸਾਹਿਬ ਨਾਲ ਸੰਬੰਧਿਤ ਨੇ। ਉਸ ਤੋਂ ਬਾਅਦ 267 ਸਰੂਪਾਂ ਦੀ ਗੱਲ ਵੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਪਰ ਵੀ ਫੈਸਲਾ ਆਇਆ। ਕੁਝ ਗੱਲਾਂ ਹੋਰ ਵੀ ਨੇ ਜਿਹੜੀਆਂ ਪਿਛਲੇ ਦਿਨੀ ਇੱਕ ਸਾਬਕਾ ਜਥੇਦਾਰ ਨੇ ਬਿਆਨ ਦਿੱਤਾ ਸੀਗਾ, ਗਿਆਨੀ ਇਕਬਾਲ ਸਿੰਘ ਨੇ, ਉਹਦੇ 'ਤੇ ਵੀ ਹੈ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਕੀ ਫੈਸਲਾ ਆਇਆ ਅਤੇ ਉਹ ਫੈਸਲੇ ਕੀ ਇਸ਼ਾਰੇ ਕਰਦੇ ਨੇ, ਇਹ ਸਾਰਾ ਕੁਝ ਆਪਾਂ ਪੰਨ ਸਾਹਿਬ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨ ਸਾਹਿਬ। ਇਹ ਜਦੋਂ ਆਪਾਂ ਅੱਜ ਸਵੇਰੇ ਫੋਕਸ 'ਚ ਬੈਠੇ ਸੀ ਅਤੇ ਉਦੋਂ ਤੁਸੀਂ ਕਈ ਤਰ੍ਹਾਂ ਦੇ ਕਿਆਫੇ ਲਾਏ ਸੀ ਕਿ ਵੀ ਅੱਜ ਜਿਹੜੀ ਮੀਟਿੰਗ ਆ ਉਹ ਬੜੀ ਅਹਿਮ ਆ ਅਤੇ ਉਹਦੇ 'ਚੋਂ ਸ਼ਾਇਦ ਕੁਝ ਗਿਣੇ ਮਿਥੇ ਫੈਸਲੇ ਸਾਹਮਣੇ ਆ ਸਕਦੇ ਆ। ਪਰ ਜਿਹੜੇ ਫੈਸਲੇ ਆਏ ਮੈਂ ਚਾਹੁੰਦਾ ਕਿ ਆਪਾਂ ਇੱਕ ਇੱਕ ਕਰਕੇ ਵਿਚਾਰ ਲਈਏ। ਸਭ ਤੋਂ ਪਹਿਲਾਂ ਜਿਹੜਾ ਫੈਸਲਾ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਮੈਂ ਵਿਚਾਰਨਾ ਚਾਹੁੰਦਾ, ਕਿਉਂਕਿ ਬੜੀ ਦੇਰ ਤੋਂ ਇੱਕ ਲੰਮਾ ਚੌੜਾ ਸੰਘਰਸ਼ ਆਪਸ ਦੇ ਵਿੱਚ ਟਸਲ ਚੱਲਦੀ ਪਈ ਸੀ ਅਤੇ ਉਹ ਜਿਹੜੀ ਟਸਲ ਹੈ ਉਹ ਹੁਣ ਕਿਸ ਮੋੜ 'ਤੇ ਆ ਕੇ ਰੁਕੀ ਆ ਅਤੇ ਅੱਗੇ ਲਈ ਕੀ ਦਿਸ਼ਾ ਨਿਰਦੇਸ਼ ਮਿਲੇ ਜੀ? ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਤੋਂ ਅੱਜ ਜਿਹੜੇ ਫੈਸਲੇ ਹੋਏ ਆ ਜੀ, ਉਹਨਾਂ ਕਈਆਂ ਫੈਸਲਿਆਂ 'ਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ ਜੀ। ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਫੈਸਲਾ ਜਿਹੜਾ ਉਹਦੇ 'ਤੇ ਤਾਂ ਬਹੁਤਾ ਕਿੰਤੂ ਪਰੰਤੂ ਕੀਤਾ ਜਾ ਸਕਦਾ ਜੀ। ਸਿੱਧੇ ਤੌਰ 'ਤੇ ਜਾਪਦਾ ਕਿ ਫੈਸਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਇੱਕ ਖਾਸ ਧਿਰ, ਇੱਕ ਖਾਸ ਸੰਸਥਾ ਦੇ ਇਸ਼ਾਰੇ 'ਤੇ ਕੀਤਾ ਗਿਆ ਜੀ। ਨਹੀਂ ਤਾਂ ਜਿਹੜੇ ਮੁੱਦੇ ਉਹ ਉਠਾਉਂਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਉਹਨਾਂ ਮੁੱਦਿਆਂ 'ਤੇ ਵਿਚਾਰ ਕਰਨ ਦੀ ਲੋੜ ਸਮਝੀ ਗਈ। ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਉਹ ਜਿਹੜੀਆਂ ਉਹਨੇ ਗਲਤ ਬਿਆਨੀਆਂ ਕੀਤੀਆਂ ਗੁਰਮਤਿ ਬਾਰੇ, ਉਹਨੇ ਗਲਤ ਬਿਆਨੀਆਂ ਕੀਤੀਆਂ ਜੀ। ਜਿਹੜੇ ਦੂਜੇ ਲੋਕ ਉਹ ਸਾਰੇ ਠੀਕ ਬਿਆਨੀਆਂ ਕਰ ਰਹੇ ਨੇ। ਗਲਤ ਬਿਆਨੀਆਂ ਤੇ ਇੱਥੇ ਪੰਜਾਬ ਦੇ ਵਿੱਚ ਮੈਂ 36 ਇਹੋ ਜਿਹੀਆਂ ਗਲਤ ਬਿਆਨੀਆਂ ਗਿਣਾ ਦਿੰਦਾ। ਫਲਾਨੀ ਸੰਪਰਦਾ ਦੇ ਸਿੱਖ ਸੰਤ ਨੇ ਗਲਤ ਬਿਆਨੀ ਕੀਤੀ, ਫਲਾਨੀ ਸਿੱਖ ਸੰਪਰਦਾ ਦੇ ਅੰਦਰ ਗਲਤ ਬਿਆਨੀ ਹੋਈ। ਅੱਜ ਹੀ ਪਤਾ ਲੱਗਾ ਕਿ ਇੱਕ ਥਾਂ ਤੇ ਇੱਕ ਸਿੱਖ ਸ਼ਹੀਦ ਦੇ ਗੁਰਦੁਆਰੇ ਦੇ ਵਿੱਚ ਨਾਰੀਅਲ ਚੜ੍ਹਾਏ ਜਾਂਦੇ ਆ। ਇਹ ਨਾਰੀਅਲ ਚੜ੍ਹਾਉਣਾ ਇਹ ਸਿੱਖ ਧਰਮ ਦੇ ਵਿੱਚ ਇਹੋ ਜਿਹੀ ਪੂਜਾ ਕਿੱਥੋਂ ਆ ਗਈ ਹੈ ਜੀ? ਇਹਦੇ ਬਾਰੇ ਵੀ ਕਦੇ ਕਿਸੇ ਨੇ ਕੋਈ ਸਟੈਂਡ ਲਿਆ? ਰੌਲਾ ਪੈਣ ਡਿਆ ਬੜੀਆਂ ਗੱਲਾਂ ਇਹੋ ਜਿਹੀਆਂ ਦਾ। ਉਹਨੂੰ ਜਿਸ ਤਰ੍ਹਾਂ ਇੱਕ ਤਰ੍ਹਾਂ ਕਾਰਨਰ ਕਰ ਦਿੱਤਾ ਗਿਆ, ਇਹ ਆਦੇਸ਼ ਦਿੱਤਾ ਗਿਆ ਕਿ ਜਦ ਤੱਕ ਉਹ ਇੱਥੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ, ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ, ਉਹਨਾਂ ਚਿਰ ਤੱਕ ਉਸਦੇ ਸਮਾਗਮ ਨਾ ਕਰਵਾਏ ਜਾਣ। ਜੇ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜ਼ਿੰਮੇਵਾਰ ਹੋਵੇਗਾ ਜੀ। ਇੱਕ ਧਮਕੀ ਦੇ ਦਿੱਤੀ ਗਈ ਹੈ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਉਹ ਧਮਕੀ ਦਿੱਤੀ ਗਈ ਹੈ ਕਿ ਅਣਸੁਖਾਵੀਂ ਘਟਨਾ ਹੋ ਸਕਦੀ ਜੀ। ਜੇ ਕੱਲ੍ਹ ਨੂੰ ਕੋਈ ਇਹ ਗੱਲ ਵਾਪਰ ਗਈ ਸੱਚਮੁੱਚ, ਤੇ ਕਹਿਣ ਜੇ ਇਹ ਤਾਂ ਪਹਿਲਾਂ ਹੀ ਪਤਾ ਸੀ, ਇਸ਼ਾਰਾ ਕਰ ਦਿੱਤਾ ਗਿਆ ਸੀ ਕਿ ਅਣਸੁਖਾਵੀਂ ਘਟਨਾ ਵਾਪਰਨੀ ਜੀ। ਇਹ ਗੱਲ ਸਿੰਘ ਸਾਹਿਬਾਨ ਨੇ ਇਹਦੇ ਵਿੱਚ ਕਿੱਦਾਂ ਲਿਖ ਦਿੱਤੀ? ਇਹਦਾ ਮਤਲਬ ਕਿ ਜਿਹੜੇ ਹੁਣ ਤੱਕ ਉਹਦੇ ਸਮਾਗਮ ਰੋਕਣ ਜਾਂਦੇ ਸਨ, ਭਾਵੇਂ ਭਾਰਤ ਵਿੱਚ, ਭਾਵੇਂ ਭਾਰਤ ਤੋਂ ਬਾਹਰ, ਅਮਰੀਕਾ ਵਿੱਚ ਵੀ ਉਹਦੇ ਸਮਾਗਮ ਰੋਕਣ ਦਾ ਯਤਨ ਹੋਇਆ ਜੀ। 5000 ਬੰਦੇ ਉਹਨੂੰ ਸੁਣਨ ਵਾਲੇ ਹੁੰਦੇ ਸੀ, 50 ਬੰਦੇ ਬਾਹਰ ਰੌਲਾ ਪਾਉਣ ਵਾਲੇ ਹੁੰਦੇ ਸੀ। ਉਹ ਜੇ ਕੱਲ੍ਹ ਨੂੰ ਕੋਈ ਗੱਲਬਾਤ ਕਰ ਦੇਣ ਤੇ ਆਹ ਜਿਹੜਾ ਅਗੇਤਾ ਲਿਖ ਦਿੱਤਾ ਗਿਆ, ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤੇ ਉਹਦੇ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ ਜੀ। ਉਹ ਅੰਦਰ ਬੈਠਾ ਕਥਾ ਕੀਰਤਨ ਕਰਦਾ ਹੋਵੇ, ਤੁਸੀਂ ਉਹਨੂੰ ਠੀਕ ਮੰਨੋ, ਤੁਸੀਂ ਗਲਤ ਮੰਨੋ ਜੀ। ਲੋਕ ਸੁਣਦੇ ਹੋਣ, ਤੁਸੀਂ ਸੁਣਨ ਵਾਲਿਆਂ ਨੂੰ ਠੀਕ ਮੰਨੋ, ਤੁਸੀਂ ਸੁਣਨ ਵਾਲਿਆਂ ਨੂੰ ਗਲਤ ਮੰਨੋ। ਕੁਝ ਲੋਕ ਜਾ ਕੇ ਦਖਲ ਦੇਣ, ਕੱਲ੍ਹ ਨੂੰ ਕੋਈ ਵਾਰਦਾਤ ਹੋ ਜੇ। ਅੱਗੇ ਇੱਥੇ ਵਾਰਦਾਤਾਂ ਹੋਈਆਂ ਨਹੀਂ ਜੀ। ਉਹ ਸੰਤ ਲੌਂਗੋਵਾਲ ਨੂੰ ਆਪਣੇ ਗੁਰਦੁਆਰੇ 'ਚ ਅਰਦਾਸ ਕਰਦੇ ਹੋਏ ਨੂੰ ਗੋਲੀ ਮਾਰੀ ਗਈ ਸੀ ਜੀ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਗੋਲੀ ਮਾਰੀ ਗਈ ਸੀ ਔਰ ਉਹਦਾ ਸਿਆਸੀ ਵਾਰਸ, ਉਹਦਾ ਧਾਰਮਿਕ ਵਾਰਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ। ਉਸੇ ਅਜਾਇਬ ਘਰ 'ਚ ਸੰਤ ਲੌਂਗੋਵਾਲ ਨੂੰ ਸ਼ਹੀਦ ਕਹਿ ਕੇ ਫੋਟੋ ਲਾਈ ਗਈ ਹੈ। ਉਸੇ ਅਜਾਇਬ ਘਰ ਦੇ ਵਿੱਚ ਉਹਦੇ ਕਾਤਲ ਦੀ ਫੋਟੋ ਲੱਗੀ ਫਿਰਦੀ ਹੈ। ਅੱਜ ਆਹ ਜਿਹੜੀ ਗੱਲ ਕਹਿਤੀ ਗਈ, ਜੇ ਅਣਸੁਖਾਵੀਂ ਘਟਨਾ ਵਾਪਰੀ ਜੀ, ਇਹ ਸਿੰਘ ਸਾਹਿਬ ਕਹਿਣਾ ਕੀ ਚਾਹੁੰਦੇ, ਇਸ਼ਾਰਾ ਕੀ ਕਰ ਰਹੇ ਜੀ? ਇਹ ਮੇਰੇ ਵਾਸਤੇ ਬਹੁਤ ਹੈਰਾਨੀ ਵਾਲੀ ਗੱਲ ਹੈ। ਇਹ ਆਖਿਆ ਗਿਆ ਨਾ ਉਹਨੂੰ ਸੁਣਿਆ ਜਾਵੇ, ਨਾ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਣ। ਜਿਨ੍ਹਾਂ ਨੇ ਸੁਣਨਾ ਉਹਨਾਂ ਨੇ ਸੁਣਦੇ ਰਹਿਣਾ, ਸ਼ੇਅਰ ਕਰਨੀਆਂ ਕਿ ਨਹੀਂ ਕਰਨੀ ਉਹਨਾਂ ਦੀ ਮਰਜ਼ੀ ਆ। ਇਹ ਜੋ ਕੁਛ ਉਹਨਾਂ ਨੇ ਫੈਸਲਾ ਦਿੱਤਾ ਸੰਤ ਰਣਜੀਤ ਸਿੰਘ ਬਾਰੇ, ਮੈਂ ਸਮਝਦਾ ਕਿ ਠੀਕ ਨਹੀਂ ਜੀ। ਔਰ ਇਹਦੇ ਉੱਤੇ ਕਈ ਲੋਕ ਹੋਰ ਵੀ ਕਿੰਤੂ ਪਰੰਤੂ ਕਰਨਗੇ,
ਔਰ ਇਹਨਾਂ ਕਿੰਤੂਆਂ ਪਰੰਤੂਆਂ ਦਾ ਰੌਲਾ ਬਹੁਤ ਦੂਰ ਤੱਕ ਪਊਗਾ। ਜਿਹੜੇ ਸਵਾਲ ਉਹ ਉਠਾਉਂਦਾ ਜੀ ਜੀ ਕਿ ਸਿੱਖ ਲਿਟਰੇਚਰ ਫਲਾਣੇ ਗ੍ਰੰਥਾਂ 'ਚ ਆ ਕੁਛ ਹੋਇਆ, ਕੀ ਉਹਨਾਂ ਦਾ ਜਵਾਬ ਦੇਣ ਦੀ ਲੋੜ ਸਮਝੀ ਸਿੰਘ ਸਾਹਿਬਾਨ ਨੇ? ਜਾਂ ਸੱਚੀ ਗੱਲ ਦੱਸਣ ਕਿ ਸਿੰਘ ਸਾਹਿਬਾਨ ਦੇ ਵਿੱਚੋਂ 5 ਨੇ ਇਹ ਉਹ ਜਿਹੜੇ ਗ੍ਰੰਥ ਆ ਆਪ ਕਦੇ ਪੜ੍ਹੇ ਆ ਜੀ ਕਿ ਕੁਰਾਨ ਸ਼ਰੀਫ ਦੇ ਉੱਤੇ PhD ਕਰਨ ਲੱਗੇ ਰਹੇ? ਇਹ ਵੀ ਪਤਾ ਲੱਗ ਜਾਣਾ ਚਾਹੀਦਾ। ਔਰ ਜਿਹੜੇ ਇਹ ਵੀ ਪਤਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਜਿਹੜੀ ਇੱਕ ਖਾਸ ਸੰਸਥਾ ਜ਼ੋਰ ਲਾ ਰਹੀ ਹੈ, ਉਸ ਸੰਸਥਾ ਦੇ ਵਿੱਚੋਂ ਪੜ੍ਹਿਆ ਹੋਇਆ ਇੱਕ ਬੰਦਾ ਸਿੰਘ ਸਾਹਿਬਾਨ ਦੇ ਵਿੱਚ ਬੈਠਾ ਜੀ, ਫਿਰ ਰੌਲਾ ਕਿਉਂ ਨਾ ਪਊਗਾ? ਜੇ ਦਰਬਾਰ ਸਾਹਿਬ ਦੇ ਅੰਦਰ ਰਾਗੀ ਸਿੰਘ ਕਹਿੰਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਕਰਦਿਆਂ ਨੂੰ ਸਾਨੂੰ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਇਸ ਤਰ੍ਹਾਂ ਜ਼ਿਆਦਤੀ ਕਰਦਾ ਜੀ, ਉਹ ਹੈੱਡ ਗ੍ਰੰਥੀ ਵਿੱਚ ਬੈਠਾ, ਉਹਨੂੰ ਪੁੱਛ ਲਿਆ ਕਿ ਤੂੰ ਰਾਗੀ ਸਿੰਘਾਂ ਨਾਲ ਜ਼ਿਆਦਤੀ ਕੀਤੀ ਕਿ ਨਹੀਂ ਕੀਤੀ ਜੀ। ਉਹ ਸਾਰੇ ਮੁੱਦੇ ਛੱਡ ਕੇ ਇਸ ਮੁੱਦੇ ਦੇ ਉੱਤੇ ਜਿਹੜਾ ਫੈਸਲਾ ਲਿਆ ਗਿਆ ਬਹੁਤਾ ਠੀਕ ਨਹੀਂ, ਔਰ ਇੱਥੇ ਚਰਚਾ ਚੱਲਣੀ। ਇੱਕ ਚੀਜ਼ ਪੰਨੂ ਸਾਹਿਬ ਮੈਂ ਜ਼ਰੂਰ ਪੁੱਛਣੀ ਚਾਹੁੰਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਥੋੜ੍ਹਾ ਜਿਹਾ ਟਕਰਾਅ ਵਾਲਾ ਜਿਹੜਾ ਕਹਿ ਲਓ ਕਿ ਰੁਖ ਅਖਤਿਆਰ ਕੀਤਾ ਵੀ ਜੇ ਕਮੇਟੀ ਗਈ ਮੈਂ ਮਿਲਣਾ ਨਹੀਂ, ਜੇ ਸੱਦਿਆ ਮੈਂ ਜਾ ਕੇ ਪੇਸ਼ ਨਹੀਂ ਹੋਣਾ, ਤੁਹਾਨੂੰ ਨਹੀਂ ਲੱਗਦਾ ਕਿ ਜੇ ਉੱਧਰੋਂ ਵੀ ਇੱਕ ਪਹਿਲ ਕੀਤੀ ਜਾਂਦੀ ਤਾਂ ਸ਼ਾਇਦ ਅੱਜ ਇਹ ਗੱਲ ਨਾ ਹੁੰਦੀ? ਜਿਹੜਾ ਪਹਿਲਾ ਪ੍ਰਭਾਵ ਸੀ ਕਿ ਕਮੇਟੀ ਇੱਕ ਤਰਫਾ ਤੌਰ ਤੇ ਬਣਾਈ ਗਈ ਜੀ, ਕੀ ਇਹਨਾਂ ਨੇ ਉਹ ਪ੍ਰਭਾਵ ਦੂਰ ਕਰਨ ਦਾ ਯਤਨ ਕੀਤਾ? ਆਮ ਤੌਰ ਤੇ ਇਹੋ ਜਿਹੀਆਂ ਕਮੇਟੀਆਂ ਬਣਾਉਣ ਲੱਗਿਆਂ ਇਹ ਆਖਿਆ ਜਾਂਦਾ ਇੱਕ ਬੰਦਾ ਉਸ ਧਿਰ ਦਾ ਲੈ ਲਓ ਜਿਹਨੇ ਸ਼ਿਕਾਇਤ ਕੀਤੀ, ਇੱਕ ਬੰਦਾ ਉਸ ਧਿਰ ਦਾ ਲੈ ਲਓ ਜਿਹਦੇ ਖਿਲਾਫ ਸ਼ਿਕਾਇਤ ਹੋਈ ਹੈ ਜੀ, ਪਰ ਇੱਕ ਸਾਂਝਾ ਬੰਦਾ ਲੈ ਲਓ। ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜੀ। ਸਾਰਿਆਂ ਨੂੰ ਇਹ ਪਤਾ ਕਿ ਅੰਦਰ ਦਰਬਾਰ ਸਾਹਿਬ ਦੇ ਵਿੱਚ ਇੱਕ ਖਾਸ ਸੰਸਥਾ ਦੀ ਜ਼ਿਆਦਾ ਚੱਲਦੀ ਹੈ ਜੀ। ਅੱਜ ਕੋਠਾ ਸਾਹਿਬ ਕਿੱਥੇ ਆ? ਮੈਂ ਇਸ਼ਾਰਾ ਕੀਤਾ, ਬਾਕੀ ਗੱਲਾਂ ਸ਼੍ਰੋਮਣੀ ਕਮੇਟੀ ਦੇ ਇੱਕ ਰਿਟਾਇਰ ਹੋਏ ਸੈਕਟਰੀ ਨੇ ਕੋਠਾ ਸਾਹਿਬ ਬਾਰੇ ਜੋ ਕੁਝ ਲਿਖਿਆ ਉਹ ਪੜ੍ਹ ਲੈਣ, ਉਹਦੀ ਕਿਤਾਬ ਦੇ ਵਿੱਚ ਅਸੀਂ ਕਿਉਂ ਦੱਸੀ? ਉਹ ਕੋਠਾ ਸਾਹਿਬ ਜਿਹਦੇ ਬਾਰੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਸ ਵਕਤ ਦੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਵੀ ਜ਼ਿਕਰ ਕੀਤਾ ਸੀ। ਉਹਨਾਂ ਕਈਆਂ ਚੀਜ਼ਾਂ ਦੀ ਕਈ ਕੁਛ ਹਾਲਤ ਅੰਦਰ ਕਈ ਕੁਛ ਤਬਦੀਲੀਆਂ ਹੋ ਗਈਆਂ ਨੇ, ਲੋਕਾਂ ਨੂੰ ਪਤਾ ਨਹੀਂ ਲੱਗਦਾ ਪਿਆ। ਬਿਲਕੁਲ ਸਹੀ। ਅੱਛਾ, ਆਪਾਂ ਅਗਲੇ ਫੈਸਲੇ 'ਤੇ ਆਈਏ। ਅਗਲਾ ਫੈਸਲਾ ਸਿਆਸੀ ਲੀਡਰ ਨੇ ਸੁੱਚਾ ਸਿੰਘ ਲੰਗਾਹ ਹੋ ਰਹੀ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਸੀ ਕਿ ਵੀ ਇਹਨਾਂ ਨਾਲ ਕੋਈ ਸਾਂਝ ਨਹੀਂ, ਇਹ ਪੰਥ 'ਚੋਂ ਬਾਹਰ, ਪਰ ਜਿਸ ਨਾਟਕੀ ਤਰੀਕੇ ਨਾਲ ਉਹਨਾਂ ਦੀ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਜ ਇਹ ਬਹੁਤਿਆਂ ਨੂੰ ਆਸ ਸੀਗੀ ਕਿ ਸ਼ਾਇਦ ਉਹ ਅੰਮ੍ਰਿਤਪਾਨ ਜਿਹੜਾ ਉਹਨੇ ਕਰ ਲਿਆ ਉਹਨੂੰ ਪ੍ਰਵਾਨਗੀ ਮਿਲ ਜਾਵੇ ਅਤੇ ਸੁੱਚਾ ਸਿੰਘ ਲੰਗਾਹ ਹੋਰਾਂ ਨੂੰ ਵੀ ਇੱਧਰੋਂ ਮਾਫੀ ਮਿਲ ਜਾਵੇ। ਉਸ ਕੇਸ ਦਾ ਫਿਰ ਕੀ ਬਣਿਆ ਜੀ? ਮੇਰੀ ਸਮਝ ਇਹ ਆ ਕਿ ਉਸ ਬੰਦੇ ਨਾਲ ਗਿਣ ਮਿਥ ਕੇ ਇਹ ਤਰੀਕ ਮਿਥੀ ਗਈ। ਇਹ ਪਤਾ ਸੀ ਕਿ ਫਲਾਣੀ ਤਰੀਕ ਨੂੰ ਉਹਨੂੰ ਤਨਖਾਹ ਲੱਗੀ, ਇੰਨੇ ਦਿਨਾਂ ਦੀ ਤਨਖਾਹ ਲੱਗੀ, ਫਲਾਣੀ ਤਰੀਕ ਨੂੰ ਉਹਨੇ ਭੁਗਤ ਲੈਣੀ ਆ, ਭੁਗਤਣ ਤੋਂ ਬਾਅਦ ਉਹਨੇ ਮੁਆਫੀ ਦੀ ਅਰਦਾਸ ਕਰਾਉਣੀ ਹੈ ਖਿਮਾ ਜਾਚਨਾ ਦੀ, ਉਹਦੇ ਤੋਂ ਅਗਲੇ ਦਿਨ ਦੀ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਗਈ। ਇਹ ਮੀਟਿੰਗ ਉਹਦੇ ਤੋਂ ਇੱਕ ਦਿਨ ਪਹਿਲਾਂ ਕਿਉਂ ਨਾ ਰੱਖੀ ਗਈ, ਇੱਕ ਹਫ਼ਤਾ ਬਾਅਦ ਕਿਉਂ ਨਾ ਰੱਖੀ ਗਈ? ਐਂ ਗਿਣ ਮਿਥ ਕੇ ਰੱਖੀ ਗਈ ਤਾਂ ਕਿ ਉਹ ਆਪਣੀ ਤਨਖਾਹ ਭੁਗਤਣ ਦੀ ਅਰਦਾਸ ਕਰ ਲਵੇ ਅਤੇ ਅਗਲੇ ਦਿਨ ਤੱਤੇ ਕਾ ਫੈਸਲਾ ਕਰ ਦਿੱਤਾ ਜਾਵੇ ਜੀ। ਪਰ ਅੱਜ ਸਵੇਰ ਤੋਂ ਇਸ ਗੱਲ ਦਾ ਰੌਲਾ ਪੈ ਗਿਆ ਸਾਰੇ ਪਾਸੇ ਕਿ ਆ ਤਾਂ ਫਿਰ ਇੱਕ ਮਤਲਬ ਮੈਚ ਫਿਕਸਿੰਗ ਹੋ ਰਹੀ ਹੈ। ਹੁਣ ਅਕਾਲ ਤਖਤ ਦਾ ਜਥੇਦਾਰੀ 'ਚ ਸ਼ਾਮਲ ਹੈ ਕਿ ਨਹੀਂ ਸ਼ਾਮਲ, ਦੂਸਰੇ ਜਥੇਦਾਰੀ 'ਚ ਸ਼ਾਮਲ ਹੈ ਕਿ ਨਹੀਂ ਸ਼ਾਮਲ, ਸਾਰਿਆਂ ਦੇ ਨਹੀਂ ਵਿੱਚੋਂ ਕੋਈ ਇੱਕ ਅੱਧਾ ਸ਼ਾਮਲ ਹੈ ਕਿ ਨਹੀਂ ਸ਼ਾਮਲ ਜੀ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਪਰ ਰੌਲਾ ਪੈ ਗਿਆ ਇਸ ਕਰਕੇ ਸਿਰਫ ਉਹਦੇ ਉੱਤੇ ਕੋਈ ਵਿਚਾਰ ਨਹੀਂ ਕੀਤੀ ਗਈ, ਇੱਕ ਲਾਈਨ ਲਿਖ ਦਿੱਤੀ ਗਈ, ਇੱਕੋ ਸੈਂਟੈਂਸ ਆ ਜੀ, ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਵੱਲੋਂ ਕੋਈ ਮੁਆਫੀ ਨਹੀਂ ਹੈ, ਇਸ ਲਈ ਸੰਗਤਾਂ ਇਸ ਨਾਲ ਮਿਲਵਰਤਨ ਨਾ ਕਰਨ। ਸਿਰਫ ਇਹ ਫੈਸਲਾ ਨੰਬਰ 8 ਜੀ ਅੱਜ ਦੀ ਤਰੀਕ ਜੀ ਜੀ ਇਹਨੇ ਨਸਾਰ ਦਿੱਤਾ ਗਿਆ। ਚਲੋ ਲਮਕ ਗਿਆ ਕੇਸ। ਹੁਣ ਨਹੀਂ ਇਹਦੇ ਤੋਂ ਫਿਰ ਕੀ ਇਸ਼ਾਰਾ ਮਿਲਿਆ ਕਿ ਕਿਉਂਕਿ ਜੇ ਉਹ ਨਾ ਤਾਂ ਇਹ ਵੀ ਕਿਹਾ ਗਿਆ ਜਿੱਦਾਂ ਤੁਸੀਂ ਪਿਛਲੇ ਦਿਨ ਵੀ ਗੱਲ ਕੀਤੀ ਕੁਝ ਵੀ ਨਹੀਂ, ਅੰਮ੍ਰਿਤਪਾਨ ਨੂੰ ਪ੍ਰਵਾਨਗੀ ਹੈ ਕਿ ਨਹੀਂ ਹੈ, ਇਹ ਬਿਲਕੁਲ ਨਹੀਂ ਆਖਿਆ ਗਿਆ ਜੀ। ਔਰ ਜਥੇਦਾਰ ਸਾਹਿਬ ਇਸ ਮਾਮਲੇ 'ਤੇ ਜਿੱਦਾਂ ਚੁੱਪ ਨੇ, ਉਹ ਚੁੱਪ ਦੇ ਕਈ ਅਰਥ ਨਿਕਲਦੇ ਆ। ਇਹਦਾ ਮਤਲਬ ਅਜੇ ਯਤਨ ਜਾਰੀ ਰਹਿਣਗੇ, ਅਜੇ ਮੁਆਫੀ ਨਹੀਂ ਹੈ, ਕੱਲ੍ਹ ਨੂੰ ਦਿੱਤੀ ਜਾ ਸਕਦੀ ਹੈ। ਓਕੇ, ਇਹ ਰਸਤਾ ਖੁੱਲ੍ਹਾ ਰੱਖਿਆ ਗਿਆ। ਅੱਛਾ, ਆਪਾਂ 267 ਜਿਹੜੇ ਸਰੂਪ ਗੁਰੂ ਮਹਾਰਾਜ ਦੇ ਸੀਗੇ ਉਹਨਾਂ ਦੇ ਬਾਰੇ 'ਚ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਸੀਗੀਆਂ, ਸਿਆਸੀ ਬਵਾਲ ਵੀ ਆ ਗਿਆ, ਪਰ ਉਹਦੇ 'ਤੇ ਜਿਹੜਾ ਅੱਜ ਸਿੰਘ ਸਾਹਿਬ ਦਾ ਫੈਸਲਾ ਆ ਉਹ ਦੱਸੋ ਕਿ ਕੀ ਆ ਅਤੇ ਉਹਦਾ ਪ੍ਰਭਾਵ ਕੀ ਹੋਊਗਾ? ਪੰਜ ਸਿੰਘ ਸਾਹਿਬਾਨ ਦੇ ਅੱਜ ਦੇ ਫੈਸਲੇ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਕਾਲੇ ਮਾਲੇ ਦਾ ਅਖਾੜਾ ਬਣੀ ਪਈ ਜੀ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ, ਜਾਗਤ ਜੋਰ, ਯਾਰਾ ਜ਼ਹੂਰ, ਸਰਬ ਕਲਾ ਭਰਪੂਰ ਇਹ ਸਾਰਾ ਕੁਝ ਕਹਿੰਦੇ ਆ, ਉਹਦੇ 267 ਸਰੂਪ ਹੋਣ ਦਾ ਰੌਲਾ ਪਿਆ ਸੀ। ਹੁਣ ਇਹਨਾਂ ਨੇ ਗੱਲ ਜਿਹੜੀ ਕੱਢੀ ਆ ਉਹਦੇ 'ਚ ਕਹਿੰਦੇ ਜੀ 267 ਨਹੀਂ 328 ਸਰੂਪ ਗਾਇਬ ਨੇ।
ਤੇ ਹੁਣ ਤੱਕ 267 ਕਿਉਂ ਸੀ? ਜੀ। ਇਹਦੀ ਵੀ ਕਹਾਣੀ ਹੈ। ਔਰ ਜਿਹੜਾ 328 ਆਖਿਆ ਗਿਆ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਪ੍ਰੈਸ ਨੋਟ 'ਚ 328 ਆਖਿਆ ਗਿਆ, ਇਹ ਵੀ ਗਲਤ ਹੈ ਜੀ। ਇਹ ਮੈਂ ਦੱਸਦਾ ਕਿੱਦਾਂ ਗਲਤ ਹੈ ਜੀ। ਉਹ ਕਹਿੰਦੇ ਜੀ ਜਿੱਥੋਂ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚੋਂ ਸਰੂਪ ਦਿੱਤੇ ਜਾਂਦੇ ਆ ਉਹਦੇ ਨਾਲ ਵੇਸਟਿੰਗ ਅੰਗ ਕੀ ਹੁੰਦੇ ਆ ਕਿ ਬਾਈਂਡਿੰਗ ਕਰਨ ਲੱਗਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਈਂਡਿੰਗ ਕੀਤੀ ਜਲਦ ਸਾਜੀ ਹੁੰਦੀ ਹੈ ਜੀ। ਕੁਝ ਜੇ ਕੋਈ ਇੱਕ ਪੰਨਾ ਕੋਈ ਇੱਕ ਅੰਗ ਗਲਤ ਢੰਗ ਨਾਲ ਲੱਗ ਜਾਵੇ ਕੱਲ ਨੂੰ ਰਿਪਲੇਸ ਕਰਨਾ ਪਵੇ ਵੇਸਟਿੰਗ ਅੰਗ ਜੀ, ਉਹ ਜਿਹੜੇ ਉਹਦੇ ਨਾਲ ਉਹਨੇ ਵੱਧ ਦੇ ਦਿੱਤੇ ਜਾਂਦੇ ਪਰ ਉਹ ਦਿੱਤੇ ਜਾਂਦੇ ਲੋੜ ਮੁਤਾਬਕ। ਇਹ ਤਾਂ ਨਹੀਂ ਨਾ ਪਤਾ ਹੁੰਦਾ ਵੀ ਕਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ 'ਚ ਗਲਤ ਨਿਕਲਣਾ। ਜੀ ਜੀ। ਪਹਿਲਾਂ ਕਿੱਦਾਂ ਦਿੱਤੇ ਜਾ ਸਕਦੇ? ਕਹਿੰਦੇ ਜੀ ਉੱਦਾਂ ਹੀ ਦੇ ਦਿੱਤੇ ਜਾਂਦੇ। ਉੱਦਾਂ ਜੇ ਪੰਨਾ ਨੰਬਰ ਫਰਜ਼ ਕਰੋ 372 ਗਾਇਬ ਹੋਵੇ ਜਾਂ ਗਲਤ ਬਾਈਂਡਿੰਗ ਹੋਈ ਹੋਵੇ ਤੇ ਤੁਸੀਂ ਉਹਨੂੰ 498 ਥੋੜ੍ਹਾ ਦੇ ਦਿਓਗੇ ਜੀ। ਪਤਾ ਲੱਗੂਗਾ ਕਿਹੜਾ ਪੰਨਾ ਨੰਬਰ ਹੈ ਤਾਂ ਹੀ ਦਿਓਗੇ ਜੀ ਜੀ। ਕਿਹੜਾ ਅੰਗ ਹੈ। ਉਹ ਕਹਿੰਦੇ ਜੀ ਵੇਸਟਿੰਗ ਅੰਗ ਦਿੱਤੇ ਜਾਂਦੇ ਆ। ਇਹਦੇ 'ਚ ਲਿਖਿਆ ਕੁਝ ਅਧਿਕਾਰੀਆਂ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣਅਧਿਕਾਰਤ ਤਰੀਕੇ ਨਾਲ, ਹੁਣ ਧਿਆਨ ਨਾਲ ਸੁਣਿਓ ਜੀ 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 ਜੀ। ਉਹਦਾ ਮਤਲਬ ਹੈ ਕਿ ਵਾਧੂ ਅੰਗ ਵੇਸਟਿੰਗ ਅੰਗ ਇੰਨੀ ਵੱਡੀ ਗਿਣਤੀ 'ਚ ਦਿੱਤੇ ਗਏ ਕਿ ਉਹਨਾਂ ਨੂੰ ਬਾਹਰ ਜਾ ਕੇ ਪੂਰੇ ਗੁਰੂ ਗ੍ਰੰਥ ਸਾਹਿਬ ਜੋੜ ਲੈ ਗਏ ਜੀ। ਉਹ ਵੱਖਰੀ ਜਿਲਦ ਬਣਾ ਲਈ, ਵੱਖਰੀ ਜਿਲਦ ਬਣਾ ਲਈ। ਇੱਕ ਨਵੀਂ ਬੀੜ ਬਣੀ, ਇੱਕ ਹੋਰ ਨਵੀਂ ਬੀੜ ਬਣ ਗਈ, ਇੱਕ ਹੋਰ ਨਵੀਂ ਬੀੜ ਬਣ ਗਈ, ਇੱਕ ਹੋਰ ਨਵੀਂ ਬੀੜ ਬਣ ਗਈ। ਜੀ ਜੀ। ਕਿੰਨੀਆਂ ਬਣੀਆਂ? ਉਹਨਾਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਕੇ ਇਹ ਬਿਨਾਂ ਬਿੱਲ ਕੱਟਿਆਂ ਤੋਂ ਬਾਰ-ਬਾਰ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਤੇ ਇੱਕ ਵਾਰ 125 ਜੀ। ਇਹ 61 ਤੇ 125 ਕਿੰਨੇ ਬਣਦੇ? 186 ਜੀ। 267 ਪਹਿਲੇ ਗਾਇਬ ਹੋਏ ਸੀ, ਉਹਦੇ ਵਿੱਚ ਇਹ ਜਿਹੜੇ ਆ 186 ਇਹ ਜੋੜੋ। ਜਦੋਂ ਇਹ ਤੁਸੀਂ ਜੋੜੋਗੇ ਜੀ ਤੇ ਇਹਦਾ ਮਤਲਬ 354 ਬਣ ਜਾਂਦੇ ਜੀ। 400 ਤੋਂ ਵੱਧ ਬਣ ਜਾਂਦੇ। ਜੀ ਜੀ ਜੀ। 400 ਤੋਂ ਵੱਧ ਬਣ ਜਾਂਦੇ। ਜੀ ਜੀ। ਅੱਛਾ, ਇਹ ਜੇ 400 ਤੋਂ ਬਾਅਦ 454 ਦੇ ਕਰੀਬ ਬਣ ਜਾਂਦੇ ਆ। 61 ਤੇ 125 ਤਾਂ ਉਹ ਜਿਹੜੇ ਬਾਹਰ ਦੇ ਬਾਹਰ ਵਿੱਚ ਜੀ। 267 ਹੋਏ ਜਿਹੜੇ ਗਾਇਬ ਹੈ, 454 ਹੋ ਗਏ ਤੇ ਸਿੰਘ ਸਾਹਿਬ ਕਹਿੰਦੇ ਆ 328 ਗਾਇਬ ਹੈ। ਇਹ 328 267 ਨੂੰ ਕਹਿੰਦੇ ਆ ਕਿ ਵਿੱਚ 61 ਪਾ ਕੇ ਕਹਿੰਦੇ ਆ ਕਿ 125 ਪਾ ਕੇ ਕਹਿੰਦੇ ਆ। ਇਹ 328 ਦੀ ਗਣਤੀ ਕਿੱਥੋਂ ਆ ਗਈ ਜੀ? ਇਹਦੇ ਬਾਰੇ ਵਿੱਚ ਕੋਈ ਕਿਸੇ ਕਿਸਮ ਦਾ ਸਪੈਸ਼ਟੀਕਰਨ ਨਹੀਂ। ਨਾਲ ਇਹ ਲਿਖਿਆ ਗਿਆ ਕਿ ਗੁਰਦੁਆਰਾ ਕਮੇਟੀ ਦੀ ਮੀਟਿੰਗ ਸਮੇਂ ਪਤਾ ਲੱਗਾ ਕਿ 267 ਸਰੂਪ ਘੱਟ ਹੈ, ਪਰ ਕਮਾਲ ਦੀ ਗੱਲ ਇਹ ਆ ਕਿ ਛੇੜਛਾੜ ਤੇ ਜੋ ਕੁਝ ਵੀ ਹੈ ਉਹਦੇ ਬਾਰੇ 2016 ਤੋਂ ਲੈ ਕੇ 2020 ਹੋ ਗਿਆ, ਇਹਨਾਂ 4 ਸਾਲਾਂ 'ਚ ਇੱਕ ਵਾਰ ਵੀ ਆਡਿਟ ਨਹੀਂ ਕਰਵਾਇਆ ਗਿਆ। ਕਿਉਂ ਨਹੀਂ ਕਰਵਾਇਆ? ਕਿਹਨੇ ਕਰਾਉਣਾ ਸੀ ਜੀ? ਸਰਕਾਰ ਸਰਕਾਰ ਨੇ ਕਰਾਉਣਾ ਸੀ। ਸ਼੍ਰੋਮਣੀ ਕਮੇਟੀ ਕਾਹਦੇ ਲਈ? ਇਹ ਤੋਂ ਵੀ ਅਗਲੀ ਗੱਲ, ਇਹ ਬਹੁਤ ਪ੍ਰੈਸ ਨੋਟ ਕਹਿੰਦਾ, ਮੈਂ ਨਹੀਂ ਕਹਿ ਰਿਹਾ, ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ ਜੀ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਇਹ ਕਿਤੇ ਦੋਸ਼ ਲੱਗਾ? ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ, ਜਿਹਦੇ ਬਾਰੇ ਅਸੀਂ ਕਹਿੰਦੇ ਆ ਕਿ ਕਾਲੇ ਮਾਲਿਆਂ ਦਾ ਅੱਡਾ ਬਣ ਗਈ ਹੈ। ਸਿੰਘ ਸਾਹਿਬ ਕਹਿ ਰਹੇ ਕਿ ਇੱਥੇ ਹੋ ਰਿਹਾ। ਅੱਗੋਂ ਕਹਿੰਦੇ ਆ ਸਿੰਘ ਸਾਹਿਬ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਇੱਕ ਹਫ਼ਤੇ ਦੇ ਅੰਦਰ ਸ਼ਾਰਟ ਨੋਟਿਸ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪਰ ਅਗਲੀ ਗੱਲ ਇਹਦੇ ਤੋਂ ਸੀਰੀਅਸ ਆ ਜੀ। ਉਹ ਕਹਿੰਦੇ ਆ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਵਨ ਸਰੂਪ ਅਗਨ ਭੇਟ ਹੋਣ ਤੇ 2016 ਦੀ ਸਮੁੱਚੀ ਅੰਤਰਿਮ ਕਮੇਟੀ, ਜਦੋਂ ਇਹ ਸਰੂਪ 267 ਗਾਇਬ ਹੋਏ ਸੀ ਜੀ, ਅੱਗ ਲੱਗੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਵੇਲੇ ਦੇ ਚੀਫ ਸੈਕਟਰੀ ਨੇ ਕੋਈ ਪਛਤਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤਰਿਮ ਕਮੇਟੀ ਤੇ ਚੀਫ ਸੈਕਟਰੀ ਨੂੰ, ਅਗਲੀ ਗੱਲ ਸੁਣਿਓ ਧਿਆਨ ਨਾਲ ਜੀ ਜੀ, ਸ਼੍ਰੋਮਣੀ ਅੰਤਰਿਮ ਕਮੇਟੀ ਤੇ ਚੀਫ ਸੈਕਟਰੀ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪ ਹੋ ਕੇ ਹਾਜ਼ਰ ਹੋ ਕੇ ਆਪਣਾ ਸਪੈਸ਼ਟੀਕਰਨ ਦੇਣ। ਜਿਹੜਾ ਆ ਲਿਖਿਆ ਅੰਤਰਿਮ ਕਮੇਟੀ ਤੇ ਚੀਫ ਸੈਕਟਰੀ ਨੂੰ ਵਿਚਾਲੇ ਖਾਲੀ ਸਪੇਸ ਰੱਖੀ ਹੈ, ਉੱਥੇ ਤਰੀਕ ਭਰਨੀ ਸੀ ਜੀ, ਕਿ ਕਿਹੜੀ ਤਰੀਕ ਨੂੰ 10 ਵਜੇ। ਉਹ ਤਰੀਕ ਭਰੀ ਨਹੀਂ ਗਈ, ਕਿਉਂਕਿ ਤਰੀਕ ਭਰੀ ਨਹੀਂ, ਉਹ ਅੱਜ ਭਰ ਕੇ ਤੇ ਭੜਕ ਦੀ ਵੀ ਭਰ ਸਕਦੇ ਆ, ਉਹ ਅਗਲੇ ਸਾਲ ਦੀ ਵੀ ਭਰ ਸਕਦੇ ਆ, ਉਹ 5 ਸਾਲ ਬਾਅਦ ਦੀ ਵੀ ਭਰ ਸਕਦੇ ਆ। ਅਕਾਲ ਤਖਤ ਸਾਹਿਬ ਨੇ ਇਹ ਲਿਖਤਾ ਕਿ ਉਸ ਵਕਤ ਦੇ ਚੀਫ ਸੈਕਟਰੀ ਨੂੰ ਤੇ ਸਮੁੱਚੀ ਅੰਤਰਿਮ ਕਮੇਟੀ ਨੂੰ ਆਖਿਆ ਜਾਂਦਾ ਫਲਾਣੀ ਤਰੀਕ ਨੂੰ 10 ਵਜੇ, ਪਰ ਉਹ ਫਲਾਣੀ ਤਰੀਕ ਹੀ ਨਹੀਂ ਦੱਸੀ ਗਈ। ਇਹ ਤੋਂ ਪਰੇ ਕੀ ਹੋ ਸਕਦਾ? ਇੱਕ ਇੱਦਾਂ ਦਾ ਪ੍ਰੈਸ ਨੋਟ ਹੈ ਜਿਹੜਾ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ। ਉਂਝ ਮੈਂ ਤੁਹਾਨੂੰ ਇਹ ਦੱਸਾਂ, ਅਕਾਲ ਤਖਤ ਸਾਹਿਬ ਨੇ ਅੱਜ ਚੁੱਪ ਚਪੀਤੇ ਸਿੱਖਾਂ ਨੂੰ ਦੱਸੇ ਬਗੈਰ ਜੀ
ਨਾਨਕਸ਼ਾਹੀ ਕੈਲੰਡਰ ਨੂੰ ਵੀ ਨੁਕਰੇ ਲਾਤਾ। ਪਤਾ ਕਿਉਂ ਜੀ। ਸ਼ੁਰੂ ਇੱਥੋਂ ਹੁੰਦਾ। ਅੱਜ ਮਿਤੀ 24 ਅਗਸਤ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ 24 ਅਗਸਤ ਹੈ ਜੀ। ਇਹ 'ਚ ਨਾਨਕਸ਼ਾਹੀ ਤਰੀਕ ਵੀ ਨਹੀਂ, ਸਾਲ ਵੀ ਹੈ ਨਹੀਂ, ਮਹੀਨਾ ਵੀ ਹੈ ਨਹੀਂ। ਫਿਰ ਥੱਲੇ ਜਾ ਕੇ ਇਹ ਆਖਿਆ ਜਾਂਦਾ 18/8/2015, 31/5/2020, 2013-14 ਦਾ ਸਾਲ, 18/8/2015, ਉਹਦੇ ਤੋਂ ਅੱਗੇ 19/5/2016, ਫਿਰ 2016, ਫਿਰ ਅਗਲੇ ਪਾਸੇ ਚੌਥੇ ਪਹਿਰੇ 'ਚ ਆਉਂਦਾ 6/1/2020, ਉਹਦੇ ਤੋਂ ਅੱਗੇ ਜਾ ਕੇ ਫਿਰ ਜਦੋਂ ਚੀਫ ਖਾਲਸਾ ਦੀਵਾਨ ਦਾ ਸਵਾਲ ਹੈ 18/9/2020। ਇਹ ਸਾਰੇ ਦੇ ਉੱਤੇ ਸਿਰਫ ਤੇ ਸਿਰਫ ਰੋਮਨ ਕੈਲੰਡਰ ਵਰਤਿਆ ਗਿਆ ਜੀ। ਆ 2 ਸਫ਼ਿਆਂ ਦਾ ਪ੍ਰੈਸ ਨੋਟ ਹੈ। ਸਾਰੇ ਪ੍ਰੈਸ ਨੋਟ ਦੇ ਉੱਤੇ ਇੱਕ ਵੀ ਥਾਂ ਤੇ ਕਿਤੇ ਨਾ ਨਾਨਕਸ਼ਾਹੀ ਕੈਲੰਡਰ, ਨਾ ਇਹ 'ਤੇ ਕੋਈ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ, ਨਾ ਕੋਈ ਜਿਹੜੀਆਂ ਉਹਨਾਂ ਦੀਆਂ ਤਰੀਕਾਂ। ਇਹਦੇ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਵੀ ਇੱਕ ਕਿਸਮ ਦਾ ਲਪੇਟ ਕੇ ਪਾਸੇ ਰੱਖ ਦਿੱਤਾ ਗਿਆ ਜੀ। ਫਿਰ ਇਹ ਮੀਟਿੰਗ ਕਿੱਦਾਂ ਦੀ ਹੋਈ ਹੈ? ਜੀ ਜੀ। ਅੱਛਾ ਮਨ ਸਾਹਿਬ, ਇਹਦੇ 'ਚ ਇੱਕ ਚੀਜ਼ ਹੋਰ ਵੀ ਤਾਂ ਅੱਜ ਵਿਚਾਰੀ ਗਈ ਹੈ ਨਾ, ਕੈਨੇਡਾ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦਾ ਮਸਲਾ ਸੀਗਾ, ਉਹ ਵੀ ਇੱਥੇ ਵਿਚਾਰਿਆ ਗਿਆ। ਉਹਦੇ ਬਾਰੇ ਫਿਰ ਕੀ ਫੈਸਲਾ ਹੈ? ਉਹਦੇ ਬਾਰੇ ਫੈਸਲਾ ਹੋਇਆ ਕਿ ਇਹੋ ਜਿਹੀ ਕੋਈ ਆਗਿਆ ਦਿੱਤੀ ਨਹੀਂ ਸੀ ਗਈ। ਸ਼੍ਰੋਮਣੀ ਕਮੇਟੀ ਕਹਿੰਦੀ ਆ ਕਿ ਇਹੋ ਜਿਹੀ ਕੋਈ ਛਪਾਈ ਕਰ ਨਹੀਂ ਸਕਦਾ, ਬਿਨਾਂ ਆਗਿਆ ਤੋਂ ਛਾਪੇ ਗਏ ਸਰੂਪ ਨੇ। ਇਹਦੇ ਬਾਰੇ 'ਚ ਵਿਚਾਰ ਕਰਕੇ ਫੈਸਲਾ ਹੋਇਆ ਕਿ ਜਿਹੜੇ 2 ਬੰਦਿਆਂ ਦੀ ਅਗਵਾਈ 'ਚ ਛਾਪੇ ਗਏ ਉਹ ਸਾਰੇ ਸਰੂਪ ਜਿੰਨੇ ਆ ਉਹਨਾਂ ਬਾਰੇ ਇੱਕ ਤੇ ਆਪਣਾ ਅਕਾਲ ਤਖਤ ਸਾਹਿਬ ਨੂੰ ਸਪੈਸ਼ਟੀਕਰਨ ਭੇਜਣ, ਦੂਸਰਾ ਉੱਥੇ ਗੁਰਦੁਆਰਾ ਸੁਸਾਇਟੀ ਡੈਲਟਾ ਸਰੀ BC ਨੂੰ ਇਹ ਸਾਰੇ ਸਰੂਪ ਜਿਹੜੇ ਆ ਭੇਜ ਦਿੱਤੇ ਜਾਣ, ਉੱਥੇ ਉਹ ਸੁਭਾਈਮਾਨ ਕੀਤੇ ਜਾਣ। ਤੇ ਉਹਨਾਂ ਪ੍ਰਬੰਧਕਾਂ ਨੂੰ ਇਹ ਆਦੇਸ਼ ਹੈ ਕਿ ਉਹ ਸੂਝਵਾਨ ਗ੍ਰੰਥੀ ਸਿੰਘਾਂ ਤੋਂ ਇਹਨਾਂ ਦੇ ਦਰਸ਼ਨ ਵਿਚਾਰ ਕਰਕੇ ਅੱਖਰਾਂ ਤਤਕਰੇ ਤੋਂ ਰਾਗਮਾਲਾ ਤੀਕ ਵਾਧ ਘਾਟ ਹੋਣ, ਇਹਦਾ ਪੂਰਾ ਮਿਲਾਨ ਕਰਾ ਕੇ ਤੇ 6 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਦੇਣ ਕਿ ਠੀਕ ਵੀ ਛਪੇ ਆ ਕਿ ਅੱਗੇ ਪਿੱਛੇ ਛਪ ਕੇ ਕੁਝ ਗਲਤੀਆਂ ਤਾਂ ਨਹੀਂ। ਜੀ ਜੀ ਜੀ। ਪਰ ਇਹ ਜਿਹੜਾ ਮਸਲਾ ਇਹ ਮਨਸੂਬ ਅੱਗੇ ਵੀ ਇੱਕ ਵਾਰ ਉੱਠਿਆ ਸੀ, ਜਦੋਂ ਇਹ ਸੀ ਕਿ ਚਾਈਨਾ ਤੋਂ ਜੀ ਛਪਵਾਏ ਗਏ ਆ, ਜਾਂ ਫਿਰ ਇਹ ਵੀ ਕਿਹਾ ਜਾਂਦਾ ਸੀ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੀ ਹੋਰਨਾਂ ਥਾਵਾਂ 'ਤੇ ਵੀ ਆਗਿਆ ਮਿਲਣੀ ਚਾਹੀਦੀ ਹੈ। ਉਹ ਤਾਂ ਦਿੱਲੀ ਦੇ ਵਿੱਚ ਉਦੋਂ ਪਰਮਜੀਤ ਸਿੰਘ ਸਰਨਾ ਹੋ ਰਹੀ ਹੁੰਦੇ ਸੀ। ਜੀ ਜੀ। ਉਹ ਕਹਿੰਦੇ ਦਿੱਲੀ ਕਮੇਟੀ ਕੋਈ ਸ਼੍ਰੋਮਣੀ ਕਮੇਟੀ ਤੋਂ ਛੋਟੀ ਹੈ ਜੀ, ਅਸੀਂ ਵੀ ਆਪਣਾ ਕੋ ਕਰਾਂਗੇ, ਅਸੀਂ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਗਏ, ਸਾਡੀ ਆਜ਼ਾਦ ਹੋਂਦੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਛਾਪ ਸਕਦੇ ਹਾਂ ਜੀ। ਅਕਾਲ ਤਖਤ ਸਾਹਿਬ ਇਹ ਕਿੱਦਾਂ ਕਹਿ ਸਕਦੇ ਕਿ ਇੱਕੋ ਥਾਂ ਤੇ ਹੈ? ਫਿਰ ਪਾਕਿਸਤਾਨ ਵਾਲਿਆਂ ਨੇ ਆਖਿਆ ਅਸੀਂ ਪ੍ਰਿੰਟਿੰਗ ਪ੍ਰੈਸ ਲਾਉਣੀ ਹੈ, ਅਸੀਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆਪ ਛਾਪਾਂਗੇ ਜੀ। ਭਾਰਤ ਦੇ ਵਿੱਚ ਬੈਠੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਦੇ ਜਿਹੜੇ ਹੁਕਮ ਨੇ ਪਾਕਿਸਤਾਨ 'ਚ ਲਾਗੂ ਨਹੀਂ ਹੋ ਸਕਦੇ, ਡੇਢ ਕੱਤੇ ਉੱਥੇ ਵੀ ਪੈ ਸਕਦੇ। ਬਿਲਕੁਲ ਸਰ। ਇੱਕ ਮਸਲਾ ਹੋਰ ਹੈ ਤਾਂ ਇਹਦੇ ਤੋਂ ਵੱਖਰਾ, ਪਰ ਮੇਰੇ ਕੁਦਰਤੀ ਦਿਮਾਗ 'ਚ ਆ ਗਿਆ, ਜਿਹੜਾ ਪਿਛਲੇ ਦਿਨ ਹੀ ਉਹ ਸਾਬਕਾ ਜਥੇਦਾਰ ਸਾਹਿਬ ਨੇ ਇਹ ਕਿਹਾ ਸੀ ਕਿ ਜਿਹੜੇ ਪੁਰਾਤਨ ਸਰੂਪ ਨੇ ਜੀ ਉਹ ਇਕੱਤਰ ਕਰਕੇ ਤੇ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜਿੱਥੋਂ ਕਿਤੇ ਵੀ, ਤੇ ਕਿਹਾ ਇਹ ਜਾ ਰਿਹਾ ਸੀ ਵੀ ਉਹ ਪੁਰਾਤਨ ਜਿਹੜਾ ਆਪਣੇ ਕੋਲ ਇਤਿਹਾਸ ਪਿਆ ਜੀ ਉਹਨੂੰ ਖਤਮ ਕਰਨ ਦੇ ਲਈ ਸਾਜ਼ਿਸ਼ਾਂ ਨੇ। ਉਹ ਮਸਲਾ ਨਾ ਇੱਥੇ ਵਿਚਾਰਿਆ ਗਿਆ, ਨਾ ਉਹ ਕਦੇ ਉਹ ਮਸਲਾ ਨਹੀਂ ਵਿਚਾਰਿਆ ਗਿਆ। ਇੱਦਾਂ ਦੇ ਬਹੁਤ ਸਾਰੇ ਜ਼ਰੂਰੀ ਮਸਲੇ ਜੇ ਉਹ ਵਿਚਾਰੇ ਜਾਂਦੇ ਜੀ ਤੇ ਫਿਰ ਇਹ ਵੀ ਨਿਕਲਣਾ ਸੀ ਕਿ ਕਿੰਨੇ ਸਰੂਪ ਆ ਜਿਨ੍ਹਾਂ ਦੀ ਚਰਚਾ ਇੱਥੋਂ ਬਾਹਰ ਗਏ ਜੀ, ਇੰਗਲੈਂਡ 'ਚ ਜਾ ਕੇ ਨਿਲਾਮ ਘਰਾਂ ਦੇ ਵਿੱਚ ਕੀ ਕੁਛ ਹੋਇਆ। ਬਿਲਕੁਲ ਸਹੀ। ਪੁਰਾਤਨ ਸਰੂਪਾਂ ਬਾਰੇ, ਪੁਰਾਤਨ ਸਰੂਪ ਜਿਹੜੇ ਆ ਇੱਕ ਕਿਸਮ ਦਾ ਹੈਰੀਟੇਜ ਦਾ ਹਿੱਸਾ ਹੁੰਦੇ ਜੀ, ਵਿਰਾਸਤ ਦਾ ਹਿੱਸਾ ਹੁੰਦੇ ਆ। ਉਹਨਾਂ ਦੇ ਵਿੱਚੋਂ ਪਤਾ ਲੱਗਦਾ ਕਿ ਕਿਹੜੇ ਕਿਹੜੇ ਦੌਰ 'ਚ ਸਿੱਖਾਂ ਨੇ ਕਿਸ ਤਰ੍ਹਾਂ ਦੇ ਉਹਨਾਂ ਦੇ ਅੱਖਰ ਸਨ ਲਿਖਣ ਦੇ, ਪੰਜਾਬੀ ਦੀ ਲਿਖਾਈ ਕਿੱਦਾਂ ਦੀ ਸੀ ਜੀ, ਪਦਛੇਦ ਕਿੱਥੇ ਕਿੱਥੇ ਕਰਦੇ ਸਨ, ਉਹ ਫਿਰ ਉਸ ਵਕਤ ਦਾ ਜਿਹੜਾ ਪ੍ਰਿੰਟਿੰਗ ਦਾ ਢੰਗ ਕੀ ਸੀ, ਪ੍ਰਿੰਟਿੰਗ ਦਾ ਹੀ ਸੀ ਕਿ ਹੱਥ ਲਿਖਦਾ ਹੀ ਸੀ, ਉਹ ਸਾਰੀਆਂ ਗੱਲਾਂ ਹੈਰੀਟੇਜ ਦਾ ਹਿੱਸਾ ਹੁੰਦੀਆਂ। ਕੁਝ ਸਰੂਪ ਆ ਜਿਨ੍ਹਾਂ 'ਚ ਵਾਧਾ ਘਾਟਾ ਵੀ ਹੈ, ਕੁਝ ਪੁਰਾਤਨ ਬੀੜਾਂ ਇਹੋ ਜਿਹੀਆਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਪਾਰਾ ਮਾਰਨ ਦੀ ਵਿਧੀ ਵੀ ਲਿਖੀ ਹੈ, ਪਾਰਾ ਮਾਰਨ ਦੀ ਵਿਧ। ਕੁਝ ਇਹੋ ਜਿਹੇ ਸਰੂਪ ਵੀ ਆ ਜਿਨ੍ਹਾਂ 'ਚ ਚਲਿੱਤਰ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਵਣੇ ਦੇ ਦੂਸਰੇ ਕਈ ਤਰੀਕਾਂ ਵੀ ਲਿਖੀਆਂ ਹੋਈਆਂ ਨੇ, ਉਹ ਅੱਡ ਅੱਡ ਨੇ। ਉਹ ਸਾਰੇ ਹੈਰੀਟੇਜ ਦਾ ਹਿੱਸਾ ਕਿ ਉਸ ਵਕਤ ਸਿੱਖ ਕਿਹੜੇ ਕਿਹੜੇ ਹਾਲਾਤ 'ਚੋਂ ਕਿਹੜੀ ਕਿਹੜੀ ਮਾਨਸਿਕਤਾ 'ਚੋਂ ਲੰਘੇ, ਪਰ ਉਹ ਸਾਰਾ ਕੁਝ ਇਸ ਵੇਲੇ ਅੱਖੋਂ ਪਰੋਖਾ ਕੀਤਾ ਜਾ ਰਿਹਾ ਜੀ। ਆਪਾਂ ਹਿਸਟਰੀ ਵਾਲੇ ਪਾਸੇ ਤੁਰੇ ਹਾਂ ਤੇ ਹਿਸਟਰੀ ਨਾਲ ਸੰਬੰਧਿਤ ਇੱਕ ਮਸਲਾ ਸੀਗਾ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਜਿਹੜਾ ਪਿਛਲੇ ਦਿਨੀ ਬਿਆਨ ਦਿੱਤਾ, ਉਹਦੇ ਤੇ ਫਿਰ ਸਿੰਘ ਸਾਹਿਬ ਦੀ ਇਕੱਤਰਤਾ 'ਚ ਕੀ ਹੋਇਆ ਜੀ? ਮਸਲਾ ਟਾਲ ਦਿੱਤਾ ਗਿਆ। ਆਪਣੇ ਪੰਜਾਬੀ 'ਚ ਕਹਿੰਦੇ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ ਜੀ। ਗਿਆਨੀ ਇਕਬਾਲ ਸਿੰਘ ਨੇ ਕੀ ਆਖਿਆ ਸੀ ਕਿ ਜਿਹੜੇ ਸਾਡੇ ਸਿੱਖ ਗੁਰੂ ਸਾਹਿਬਾਨ ਸਨ ਉਹ ਭਗਵਾਨ ਰਾਮ ਚੰਦਰ ਦੀ ਬੰਸ ਵਿੱਚੋਂ ਸਨ। ਪੰਜਾਬ ਵਿੱਚ ਰੌਲਾ ਪੈ ਗਿਆ, ਭਾਰਤ ਵਿੱਚ ਰੌਲਾ ਪੈ ਗਿਆ, ਵਿਦੇਸ਼ਾਂ 'ਚ ਸਿੱਖ ਸੰਸਥਾਵਾਂ 'ਚ ਰੌਲਾ ਪੈ ਗਿਆ ਜੀ। ਅਕਾਲ ਤਖਤ ਸਾਹਿਬ ਨੇ ਇਸ ਗੱਲ ਨੂੰ ਨਾ ਮੰਨਿਆ ਕਿ ਗੁਰੂ ਨਾਨਕ ਸਾਹਿਬ ਤੇ ਬਾਕੀ ਦੇ ਜਿਹੜੇ 9 ਗੁਰੂ ਸਾਹਿਬਾਨ ਆ, ਸਾਰੇ 10 ਗੁਰੂ ਸਾਹਿਬਾਨ ਭਗਵਾਨ ਰਾਮ ਦੀ ਬੰਸ ਵਿੱਚੋਂ ਸੀ, ਨਾ ਇਸ ਗੱਲ ਨੂੰ ਰੱਦ ਕੀਤਾ। ਦੋਵੇਂ ਗੱਲਾਂ ਨਹੀਂ ਕੀਤੀਆਂ ਜੀ। ਆਖਿਆ ਕੀ ਆ? ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਯੁੱਧਿਆ ਵਿਖੇ ਸਮਾਗਮ ਵਿੱਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ, ਗ੍ਰਾਮਰ ਵੀ ਸਾਰੀ ਗਲਤ ਆ ਜੀ,
ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਯੁੱਧਿਆ ਵਿਖੇ ਸਮਾਗਮ ਵਿੱਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ, ਉਹ ਨੇ ਕਿਉਂ ਸੀ ਉਹਦਾ ਮੈਨੂੰ ਪਤਾ, ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਸੀ ਅਤੇ ਹੈ ਅਤੇ ਰਹੇਗੀ, ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹ ਇਕਬਾਲ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨ ਨੇ ਕਿਹਾ ਕਿ ਗ੍ਰਾਮਰ ਦੀ ਗਲਤੀ ਕਰਕੇ ਪਤਾ ਨਹੀਂ ਲੱਗਦਾ। ਆਖਿਆ ਇਹ ਗਿਆ ਕਿ ਉਹਨੇ ਜਿਹੜਾ ਸਮਾਗਮ 'ਚ ਬਿਆਨ ਦਿੱਤਾ ਸੀ ਉਹਦੇ ਨਾਲ ਅਸੀਂ ਅਸਹਿਮਤ ਹਾਂ ਜੀ। ਸਿੱਖ ਇੱਕ ਵੱਖਰੀ ਕੌਮ ਹੈ ਤੇ ਰਹੇਗੀ, ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਹਨੇ ਤੇ ਆਖਿਆ ਹੀ ਨਹੀਂ ਕਿ ਸਿੱਖ ਵੱਖਰੀ ਕੌਮ ਹੈ ਕਿ ਨਹੀਂ, ਉਹ ਤਾਂ ਮੁੱਦਾ ਵੱਖਰਾ ਜੀ। ਵੱਡਾ ਮੁੱਦਾ ਤੇ ਇਹ ਸੀ ਕਿ ਉਹਨੇ ਗੁਰੂ ਸਾਹਿਬ ਦੀ ਬੰਸਾਵਲੀ ਕਿਤੇ ਜੋੜ ਦਿੱਤੀ ਜੀ। ਵੱਡਾ ਮੁੱਦਾ ਤੇ ਇਹ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ 10ਵੇਂ ਗੁਰੂ ਸਾਹਿਬ ਨੇ ਗੋਬਿੰਦ ਰਾਮਾਇਣ ਲਿਖੀ ਸੀ। ਉਹ ਸਾਰੇ ਮੁੱਦੇ ਛੱਡ ਕੇ ਹੋਰ ਹੀ ਪਾਸੇ ਨੂੰ ਇਹ ਲੈ ਗਏ, ਤੇ ਜਿੱਥੇ ਲੈ ਗਏ ਨੇ ਉੱਥੇ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਲੋਕੀ ਇਸ ਕਰਕੇ ਬਹੁਤਾ ਗੰਭੀਰਤਾ ਨਾਲ ਲੈਣੋਂ ਵਰਤੇ ਜਾਂਦੇ ਆ ਜੀ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਫੈਸਲੇ ਇਦਾਂ ਦੇ ਹੁੰਦੇ ਆ, ਗੱਲ ਕੋਈ ਹੁੰਦੀ ਕੋਈ ਦੀ ਕੋਈ ਬਣਾ ਦਿਓ। ਹੁਣ ਅੱਜ ਹੀ ਇੱਕ ਮਸਲਾ ਹੋਰ ਵਿਚਾਰਿਆ ਗਿਆ ਜੀ ਕਿ ਚੀਫ ਖਾਲਸਾ ਦੀਵਾਨ ਸਿੱਖਾਂ ਦੀ ਬੜੀ ਵੱਡੀ ਸੰਸਥਾ ਜੀ, ਉਹਨੂੰ ਕਿੰਨੀ ਵਾਰ ਆਖਿਆ ਗਿਆ ਕਿ ਉਹ ਆਪਣੇ ਜਿਹੜੇ ਮੈਂਬਰ ਨੇ, ਕਿਉਂਕਿ ਚੀਫ ਖਾਲਸਾ ਦੀਵਾਨ ਸੁਸਾਇਟੀ ਹੈ, ਉਹਨਾਂ 'ਚੋਂ ਕਿੰਨਿਆਂ ਨੇ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਉਹਦੀ ਰਿਪੋਰਟ ਦੇਣ। ਉਹ ਰਿਪੋਰਟ ਅੱਜ ਤੱਕ ਅਕਾਲ ਤਖਤ ਸਾਹਿਬ ਦੇ ਫੈਸਲੇ ਉੱਤੇ ਅਮਲ ਨਹੀਂ ਹੋਇਆ। ਤੇ ਅੱਜ ਫੈਸਲਾ ਨੰਬਰ 5 ਇਹ ਲਿਖਿਆ ਗਿਆ ਕਿ ਵਾਰ-ਵਾਰ ਪੱਤਰਕਾਵਾਂ ਭੇਜਣ ਤੇ ਵੀ ਇਹਨਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਤੇ ਅਹੁਦੇਦਾਰ ਸੰਬੰਧਿਤ ਜਾਣਕਾਰੀ ਲੈ ਕੇ ਖੁਦ 18/9/2020 ਨਾਨਕਸ਼ਾਹੀ ਨਹੀਂ 18/9/2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜ਼ਰ ਹੋਣ ਜੀ। ਪਰ ਜੇ ਉਹ ਤੁਹਾਡਾ ਫੈਸਲਾ ਹੀ ਨਹੀਂ ਮੰਨਦੇ ਪਏ ਤੇ ਤੁਸੀਂ ਉਹਨਾਂ ਦੇ ਖਿਲਾਫ ਕੋਈ ਸਖਤ ਕਦਮ ਕਿਉਂ ਨਹੀਂ ਚੁੱਕਦੇ? ਇਹ ਕਹਿੰਦੇ ਵਾਰ-ਵਾਰ ਪੱਤਰਕਾਵਾਂ ਜਿਹੜੀ ਵਾਰ-ਵਾਰ ਚਿੱਠੀਆਂ ਲਿਖੀਆਂ, ਤੁਹਾਡੀਆਂ ਚਿੱਠੀਆਂ ਦੀ ਵੀ ਉਹ ਪਰਵਾਹ ਨਹੀਂ ਕਰ ਰਹੇ। ਇਹ ਇਸੇ ਤਰ੍ਹਾਂ ਹੀ ਇੱਕ ਹੋਰ ਫੈਸਲਾ ਉਹ ਜਿਹੜਾ ਪੁਰੀ ਦੇ ਵਿੱਚ ਜਿੱਥੇ ਜਗਨਨਾਥਪੁਰੀ ਆ ਉੱਥੇ ਇੱਕ ਸੰਤ ਸ਼ਮਸ਼ੇਰ ਸਿੰਘ ਨੇ ਆਰਤੀ ਸਾਹਿਬ ਗੁਰਦੁਆਰਾ ਬਣਾ ਲਿਆ। ਸਿੰਘ ਸਾਹਿਬਾਨ ਨੇ ਆਖਿਆ ਕਿ ਉਹਨੂੰ ਅੱਗੇ ਵੀ ਦੱਸਿਆ ਸੀ ਕਿ ਇਹ ਉਹ ਥਾਂ ਨਹੀਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਦੀ ਰਚਨਾ ਕੀਤੀ ਸੀ, ਆਰਤੀ ਉਚਾਰੀ ਸੀ, ਤੂੰ ਗਲਤ ਥਾਂ ਤੇ ਬਣਾਇਆ। ਹੁਣ ਇਸ ਗੁਰਦੁਆਰੇ ਦਾ ਨਾਂ ਬਦਲ ਕੇ ਤੇ ਸਾਨੂੰ ਰਿਪੋਰਟ ਕਰ। ਇਹਨਾਂ ਦੇ ਬਹੁਤੇ ਫੈਸਲਿਆਂ ਨੂੰ ਮੰਨਿਆ ਨਹੀਂ ਇਸ ਵੇਲੇ ਜਾ ਰਿਹਾ, ਤੇ ਮੰਨਿਆ ਇਸ ਕਰਕੇ ਨਹੀਂ ਜਾ ਰਿਹਾ। ਹੁਣ ਜੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੂੰ ਤੇ ਸਾਬਕਾ ਚੀਫ ਸੈਕਟਰੀ ਨੂੰ ਇਹ ਆਖਿਆ ਜਾਂਦਾ ਫਲਾਣੀ ਤਰੀਕ ਨੂੰ 10 ਵਜੇ ਪੇਸ਼ ਹੋ, ਤੇ ਫਲਾਣੀ ਤਰੀਕ ਲਿਖੀ ਨਹੀਂ ਜਾਂਦੀ ਵਿੱਚ ਜੀ, ਇਹ ਇੱਦਾਂ ਦੇ ਫੈਸਲੇ ਕਰਨ ਦੇ, ਅੱਧੀ ਗ੍ਰਾਮਰ ਗਲਤ ਹੈ, ਤੇ ਉਹਦੇ ਚੋਂ ਆਹ ਜਿਹੜੇ ਇੱਦਾਂ ਦੇ ਫੈਸਲੇ ਆ ਇਹਨਾਂ ਨਾਲ ਇਹ ਵਿਵਾਦ ਵਧਾਉਣਗੇ, ਘਟਾਉਣ ਨਹੀਂ ਲੱਗੇ। ਬਿਲਕੁਲ ਤੁਸੀਂ ਸਮਾਂ ਕੱਢਿਆ ਪੰਜ ਸਾਹਿਬ ਤੇ ਇੰਨੀ ਡਿਟੇਲ 'ਚ ਸਾਰਾ ਕੁਝ ਦੱਸਿਆ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਵੀ ਸਾਡੇ ਤੱਕ ਪਹੁੰਚਾਉਂਦੇ ਰਹਿਣਾ, ਤੇ ਆਸ ਕਰਦੇ ਹਾਂ ਕਿ ਜਿਹੜੀ ਵੀ ਫੈਸਲੇ ਜਾਏ ਨੇ ਉਹ ਡਿਟੇਲ 'ਚ ਤੁਸੀਂ ਸਮਝੇ ਹੋਣਗੇ। ਬਾਕੀ ਆਪਣਾ ਪੱਖ ਤੇ ਆਪਣਾ ਪੁਆਇੰਟ ਆਫ ਵਿਊ ਤੁਸੀਂ ਦੇ ਸਕਦੇ ਹੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਰਾਵਾਂ, ਭੈਣਾਂ, ਦੋਸਤਾਂ, ਬਜ਼ੁਰਗਾਂ ਤੇ ਬੱਚਿਆਂ ਦੀ ਸੇਵਾ 'ਚ ਤੁਹਾਡਾ ਇਹ ਸੇਵਾਦਾਰ ਇੱਕ ਛੋਟੀ ਜਿਹੀ ਖੁਸ਼ੀ ਜਿਹੜੀ ਸਾਡੇ ਵਾਸਤੇ ਬਹੁਤ ਵੱਡੀ ਆ ਉਹ ਲੈ ਕੇ ਹਾਜ਼ਰ ਹੋਇਆ। ਤੁਸੀਂ ਜਾਣਦੇ ਹੋ 4 ਸਾਲ ਪਹਿਲਾਂ ਜਦੋਂ ਪ੍ਰਾਈਮ ਏਸ਼ੀਆ ਸ਼ੁਰੂ ਹੋਇਆ ਸੀ, ਉਹਦੇ ਤੋਂ ਬਾਅਦ ਦਾ ਪੈਂਡਾ ਤੁਸਾਂ ਤੇ ਅਸਾਂ ਰਲ ਕੇ ਕਿਸ ਤਰ੍ਹਾਂ ਤੈਅ ਕੀਤਾ। ਜਦੋਂ ਇਹ ਚੈਨਲ ਪ੍ਰਾਈਮ ਏਸ਼ੀਆ TV ਸ਼ੁਰੂ ਕੀਤਾ ਗਿਆ, ਇਹੋ ਜਿਹੇ ਲੋਕ ਵੀ ਸਨ ਜਿਹੜੇ ਕਹਿੰਦੇ ਸੀ ਇਹੋ ਜਿਹੇ ਬੜੇ ਚੈਨਲ ਸ਼ੁਰੂ ਹੋਏ, ਇਹ ਕਿਹੜਾ ਚੱਲਣ ਲੱਗਾ। ਪਰ ਅੱਜ ਇਸ ਪੜਾਅ 'ਤੇ ਖਲੋ ਕੇ ਅਸੀਂ ਜਦੋਂ ਝਾਤੀ ਮਾਰਦੇ ਹਾਂ, ਉਰਦੂ ਦਾ ਇੱਕ ਸ਼ੇਰ ਹੈ, ਅਕੇਲਾ ਹੀ ਚਲਾ ਥਾ ਜਾਨਬੇ ਮੰਜ਼ਿਲ, ਲੋਕ ਮਿਲਤੇ ਗਏ, ਕਾਰਵਾਂ ਬਣਤਾ ਗਿਆ। ਅਮਨ ਖਟਕੜੂਰਾ ਨੇ ਜਦੋਂ ਇਹਦੀ ਸ਼ੁਰੂਆਤ ਕੀਤੀ ਉਹ ਇਕੱਲੇ ਸੀ, ਹੌਲੀ ਹੌਲੀ ਟੀਮ ਬਣੀ, ਲੋਕਾਂ ਦਾ ਕਾਫਲਾ ਜੁੜਿਆ, ਤੇ ਅੱਜ ਜਿਹੜੀ ਮੈਂ ਖੁਸ਼ੀ ਦੀ ਗੱਲ ਦੱਸਣ ਲੱਗਾ ਉਹ ਇਹ ਹੈ ਕਿ YouTube ਦੇ ਉੱਤੇ ਸਾਡਾ ਪ੍ਰਾਈਮ ਏਸ਼ੀਆ ਦਾ 10 ਲੱਖ ਲੋਕਾਂ ਦਾ ਪਰਿਵਾਰ ਬਣ ਚੁੱਕਾ। ਇੰਨੇ ਥੋੜ੍ਹੇ ਸਮੇਂ 'ਚ ਇਸ TV ਚੈਨਲ ਨੇ ਜਿਹੜੀ ਇਹ ਪ੍ਰਾਪਤੀ ਕੀਤੀ ਹੈ, ਇਹਦੇ ਵਧਾਈ ਦੇ ਹੱਕਦਾਰ ਤੁਸੀਂ ਸਾਰੇ ਲੋਕ ਹੋ। ਇਹ ਇਸ ਵੇਲੇ ਭਾਰਤ ਵਿੱਚ ਵੀ, ਅਮਰੀਕਾ, ਕੈਨੇਡਾ ਵਿੱਚ ਵੀ, ਯੂਰਪ ਦੇ ਦੇਸ਼ਾਂ ਵਿੱਚ ਵੀ, ਔਰ ਜਿਹੜਾ ਚੜ੍ਹਦੇ ਸੂਰਜ ਦਾ ਦੇਸ਼ ਜਾਪਾਨ, ਨਿਊਜ਼ੀਲੈਂਡ, ਆਸਟ੍ਰੇਲੀਆ ਤੱਕ ਵੀ, ਜੇ ਦੁਨੀਆ ਵਿੱਚ ਸਭ ਤੋਂ ਵੱਧ ਇਸ ਵੇਲੇ ਪਛਾਣਿਆ ਜਾਂਦਾ, ਪਸੰਦ ਕੀਤਾ ਜਾਂਦਾ ਪ੍ਰੋਗਰਾਮ ਹੈ, TV ਹੈ, ਚੈਨਲ ਹੈ, ਤੇ ਉਹ ਤੁਹਾਡਾ ਆਪਣਾ ਪਿਆਰਾ ਪ੍ਰਾਈਮ ਏਸ਼ੀਆ TV ਹੈ। ਇਸ ਮੌਕੇ ਮੈਂ ਇਸ TV ਦੇ ਸੰਚਾਲਕ ਅਮਨ ਖਟਕੜ ਜੀ, ਸਮੁੱਚੀ ਟੀਮ ਜਿਹਦੇ ਵਿੱਚ ਸਾਡੇ ਕੈਮਰਾਮੈਨ,
ਐਡੀਟਰ, ਪੱਤਰਕਾਰ, ਕਲਾਕਾਰ ਸਾਰੇ ਲੋਕ ਸ਼ਾਮਲ ਨੇ। ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਸਭ ਤੋਂ ਵੱਧ ਵਧਾਈ ਦਿੰਦਾ ਦੁਨੀਆ ਭਰ 'ਚ ਬੈਠੇ ਪੰਜਾਬੀ ਭਰਾਵਾਂ, ਭੈਣਾਂ, ਬਜ਼ੁਰਗਾਂ, ਬੱਚਿਆਂ ਸਾਰਿਆਂ ਨੂੰ, ਜਿਨ੍ਹਾਂ ਦੇ ਇਸ ਸਾਥ ਸਦਕਾ ਅਸੀਂ ਇਹ ਜਿਹੜੀ ਕਾਮਯਾਬੀ ਹੈ ਇਹ ਇੱਥੋਂ ਤੱਕ ਪਹੁੰਚ ਸਕੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ।